ਸਾਰਿਆਂ ਨੂੰ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਹਾਂ ਤੁਹਾਡੀ ਆਪਣੀ ਮੇਜ਼ਬਾਨ ਡਾਕਟਰ ਹਰਦੀਪ ਕੌਰ ਸੰਧੂ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਫ਼ਰ ਸਾਂਝ। ਅੱਜ ਆਪਾਂ ਗੱਲ ਕਰਾਂਗੇ ਦਿਲਕਸ਼ੀ ਦੀ, ਖੂਬਸੂਰਤੀ ਦੀ, ਸੁਹੱਪਣ ਦੀ। ਜੀ ਹਾਂ, ਅੰਤਰ ਮਨ ਦੀ ਖੂਬਸੂਰਤੀ ਤੇ ਅੰਦਰੂਨੀ ਸੁਹੱਪਣ ਦੀ ਗੱਲ। ਅਜਿਹਾ ਸੁਹੱਪਣ ਖੁਸ਼ੀ ਪੈਦਾ ਕਰਦਾ ਹੈ ਤੇ ਮਨ ਆਪੋਂ ਹੀ ਗਾਉਣ ਤੇ ਨੱਚਣ ਲੱਗ ਜਾਂਦਾ ਹੈ। ਜ਼ਿੰਦਗੀ ਵਿੱਚ ਤਰੰਨੁਮ ਆ ਜਾਂਦਾ ਹੈ। ਇਹ ਮਨ ਜੇ ਤੈਨੂੰ ਸੱਚੀ ਹੱਸਣੇ ਦਾ ਚਾਅ, ਇਹ ਮਨ ਜੇ ਤੈਨੂੰ ਸੱਚੀ ਹੱਸਣੇ ਦਾ ਚਾਅ, ਪੈਰੀ ਪਈ ਜ਼ੰਜੀਰ ਨੂੰ ਤੂੰ ਨੱਚਣਾ ਸਿਖਾ। ਇੱਥੇ ਮੇਰਾ ਇਸ਼ਾਰਾ ਕੁਝ ਅਣਦਿੱਖ ਜ਼ੰਜੀਰਾਂ ਵੱਲ ਹੈ, ਜਿਨ੍ਹਾਂ ਸਦਕਾ ਅਸੀਂ ਕਈ ਵਾਰੀ ਮਨ ਚਾਹਿਆ ਕੰਮ ਨਹੀਂ ਕਰ ਸਕਦੇ। ਪਰ ਜੇ ਇਹਨਾਂ ਔਕੜਾਂ ਦੇ ਹੁੰਦਿਆਂ ਹੋਇਆਂ ਮਨ ਚਾਹਿਆ ਕੰਮ ਕਰਨ ਦੇ ਯੋਗ ਹੋ ਜਾਈਏ ਤਾਂ ਸਾਡੇ ਮਨ ਦੇ ਚਾਅ ਨੂੰ ਨੱਚਣ ਤੇ ਹੱਸਣ ਤੋਂ ਕੋਈ ਨਹੀਂ ਰੋਕ ਸਕਦਾ। ਸਾਡੀ ਰੂਹ ਨੂੰ ਖੂਬਸੂਰਤ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਕਹਿੰਦੇ ਨੇ ਕਿ ਜਿਵੇਂ ਪਤਝੜ ਆਏ ਬਿਨਾਂ ਰੁੱਖਾਂ 'ਤੇ ਨਵੇਂ ਪੱਤੇ ਨਹੀਂ ਆਉਂਦੇ, ਠੀਕ ਉਸੇ ਤਰ੍ਹਾਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਸਹੇ ਬਿਨਾਂ ਸਾਡੇ ਜੀਵਨ ਵਿੱਚ ਚੰਗੇ ਦਿਨ ਨਹੀਂ ਆਉਂਦੇ। ਇਹਨਾਂ ਬੇਦਰਦ ਤੇ ਰੁੱਖੇ ਦਿਨਾਂ ਵਿੱਚੋਂ ਗੁਜ਼ਰਦਿਆਂ ਹੀ ਸਾਡੀ ਰੂਹ ਨੂੰ ਲਿਸ਼ਕਾਇਆ ਜਾ ਸਕਦਾ ਹੈ, ਰੂਹ ਨੂੰ ਖੂਬਸੂਰਤ ਬਣਾਇਆ ਜਾ ਸਕਦਾ ਹੈ। ਤੇ ਦੋਸਤੋ, ਕੀ ਤੁਸੀਂ ਕਦੇ ਮਿਲੇ ਹੋ ਅਜਿਹੀ ਖੂਬਸੂਰਤ ਰੂਹ ਨੂੰ? ਜ਼ਰੂਰ ਮਿਲੇ ਹੋਵੋਗੇ ਜੀਓ। ਜੇ ਨਹੀਂ ਮਿਲੇ ਤਾਂ ਮੈਂ ਅੱਜ ਤੁਹਾਨੂੰ ਮਿਲਵਾਉਂਦੀ ਹਾਂ ਅਜਿਹੀ ਹੀ ਇੱਕ ਖੂਬਸੂਰਤ ਰੂਹ ਦੇ ਨਾਲ, ਇੱਕ ਟੂਣੇ ਹਾਰੀ ਰੂਹ ਦੇ ਨਾਲ, ਜਿਸ ਨੂੰ ਮੈਂ ਇੱਕ ਮਿੰਨੀ ਕਹਾਣੀ ਵਿੱਚ ਉਤਾਰ ਲਿਆ ਹੈ। ਤਿਆਰ ਹੋ ਜੀ ਫਿਰ ਮਿਲਣ ਲਈ ਉਸ ਟੂਣੇ ਹਾਰੀ ਰੂਹ ਦੇ ਨਾਲ? ਆਓ ਮਿਲੀਏ। ਲਓ, ਪੇਸ਼ ਹੈ ਮਿੰਨੀ ਕਹਾਣੀ ਟੂਣੇ ਹਾਰੀ। ਸਰਕਾਰੀ ਹਸਪਤਾਲ ਦਾ ਵਾਰਡ ਨੰਬਰ 13 ਆਮ ਜਿਹਾ ਵਾਰਡ ਸੀ। ਇਹ ਉਮਰਾਂ ਹੰਢਾ ਚੁੱਕੇ ਅਧਮੋਏ ਜਿਹੇ ਲਾਚਾਰ ਬਿਮਾਰ ਬੁੱਢਿਆਂ ਦਾ ਵਾਰਡ ਸੀ। ਉੱਥੇ ਚੁਫੇਰੇ ਪਸਰੀ ਮਾਤਮੀ ਚੁੱਪ ਕਿਸੇ ਦੇ ਪਾਸਾ ਪਰਤਣ ਦੀ ਪੀੜ ਨਾਲ ਪਲ ਭਰ ਲਈ ਟੁੱਟਦੀ ਤੇ ਸ਼ਾਇਦ ਕੁਝ ਚਿਰ ਹੋਰ ਜਿਉਣ ਦੀ ਉਮੀਦ ਦਾ ਅਹਿਸਾਸ ਕਰਵਾ ਰਹੀ ਹੁੰਦੀ। ਸਧਾਰਨ ਹੁੰਦੇ ਹੋਏ ਵੀ ਇਹ ਵਾਰਡ ਵਿਲੱਖਣ ਸੀ। ਉਹੀਓ ਡਾਕਟਰ ਤੇ ਉਹੀਓ ਨਰਸਾਂ, ਪਰ ਫਿਰ ਵੀ ਪਤਾ ਨਹੀਂ ਕਿਉਂ ਇੱਥੇ ਦਾਖਲ ਮਰੀਜ਼ ਬਾਕੀ ਵਾਰਡਾਂ ਨਾਲੋਂ ਛੇਤੀ ਰਾਜੀ ਹੋ ਜਾਂਦੇ। ਇੱਥੋਂ ਦੀ ਹਵਾ ਵਿੱਚ ਤਾਂ ਜਿਵੇਂ ਕੋਈ ਜਾਦੂ ਹੀ ਸੀ ਕਿ ਮੁਰਝਾਏ ਚਿਹਰਿਆਂ 'ਤੇ ਰੰਗਤ ਦਿਨਾਂ ਵਿੱਚ ਹੀ ਪਰਤ ਆਉਂਦੀ ਸੀ। ਇਸ ਵਾਰਡ ਵਿੱਚ ਦਾਖਲ ਮਰੀਜ਼ ਨਿੱਤ ਉਸ ਨੂੰ ਬੜੀ ਬੇਸਬਰੀ ਨਾਲ ਉਡੀਕਦੇ। ਉਸ ਬੀਬੀ ਦੇ ਚਿਹਰੇ 'ਤੇ ਇੱਕ ਵੱਖਰਾ ਜਿਹਾ ਨੂਰ ਹੁੰਦਾ। ਉਹ ਮਹਿਕੀ ਪਾਉਣ ਵਾਂਗ ਪੋਲੇ ਪੱਬੀ ਬੜੀ ਸਹਿਜਤਾ ਨਾਲ ਆਉਂਦੀ ਤੇ ਆਪਣੇ ਧੰਦੇ ਲੱਗ ਜਾਂਦੀ। ਨਿੱਤ ਸਵੇਰੇ ਇਸ ਰੁੱਖੀ ਜਿਹੀ ਫਿਜ਼ਾ ਵਿੱਚ ਉਹ ਜ਼ਿੰਦਗੀ ਦਾ ਅਜਿਹਾ ਛਿੱਟਾ ਦੇ ਜਾਂਦੀ ਕਿ ਜਿਉਣ ਤੋਂ ਮੁਨਕਰ ਥੱਕੀਆਂ ਅੱਖੀਆਂ ਦੀਆਂ ਪੁਤਲੀਆਂ ਆਸਵੰਦ ਹੋ ਕੇ ਮੁੜ ਤੋਂ ਚਮਕ ਪੈਂਦੀਆਂ। ਅਸਲ ਵਿੱਚ ਇਹ ਟੂਣੇ ਹਾਰੀ ਬੀਬੀ ਇੱਕ ਸਫਾਈ ਸੇਵਿਕਾ ਸੀ, ਜੋ ਵਾਰਡ ਦੀ ਸਫਾਈ ਕਰਨ ਦੇ ਨਾਲ ਨਾਲ ਉਹਨਾਂ ਨਾਲ ਗੱਲੀਂ ਲੱਗੀ ਰਹਿੰਦੀ ਤੇ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸੁਣਦੀ। ਕਿਸੇ ਤੋਂ ਉਸਦੇ ਟੱਬਰ ਦੀ ਸੁੱਖ ਸਾਂਦ ਤੇ ਕਿਸੇ ਤੋਂ ਦੁੱਖ ਦੇ ਗਿੱਟੇ ਗੋਡਿਆਂ ਦਾ ਹਾਲ ਪੁੱਛਦੀ। ਸਾਕ ਸੰਬੰਧੀਆਂ ਦੀਆਂ ਗੱਲਾਂ ਕਰਦੀ ਉਹ ਅਚੇਤ ਵਿੱਚ ਹੀ ਉਹਨਾਂ ਦੇ ਦੁੱਖ ਸੁੱਖ ਦੀ ਭਾਈਵਾਲ ਬਣ ਜਾਂਦੀ। ਹੁਣ ਬਹੁਤਿਆਂ ਨੂੰ ਇਹ ਭਰਮ ਹੋ ਗਿਆ ਸੀ ਕਿ ਉਹ ਤਾਂ ਕਿਸੇ ਜਾਦੂਈ ਬਾਣ ਨਾਲ ਉਹਨਾਂ ਦੀ ਪੀੜ ਹਰਨਾ ਜਾਣਦੀ ਹੈ, ਪਰ ਇਹ ਭਰਮ ਤਾਂ ਨਿੱਤ ਸੱਚ ਹੋ ਕੇ ਪ੍ਰਗਟ ਹੋ ਰਿਹਾ ਸੀ। ਹੁਣ ਪ੍ਰਤੱਖ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਭਾਸਦੀ ਸੀ। ਦੋਸਤੋ, ਤੁਸੀਂ ਹੁਣੇ ਸੁਣ ਰਹੇ ਸੀ ਮਿੰਨੀ ਕਹਾਣੀ ਟੂਣੇ ਹਾਰੀ। ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਫਿਰ ਇਸ ਟੂਣੇ ਹਾਰੀ ਖੂਬਸੂਰਤ ਰੂਹ ਨੂੰ ਮਿਲ ਕੇ? ਮੈਂ ਤਾਂ ਜਿਸ ਦਿਨ ਦੀ ਉਸ ਬੀਬੀ ਨੂੰ ਮਿਲੀ ਹਾਂ, ਬਸ ਉਸੇ ਦੀ ਹੋ ਕੇ ਰਹਿ ਗਈ ਹਾਂ।
ਅਜਿਹਾ ਜਾਦੂਈ ਅਸਰ ਸਾਡੇ ਸਾਰਿਆਂ ਵਿੱਚ ਹੈ, ਪਰ ਅਸੀਂ ਇਸ ਨੂੰ ਅਣਗੌਲਿਆ ਕਰੀ ਰੱਖਦੇ ਹਾਂ। ਅਸੀਂ ਆਪਣੇ ਆਪ ਵਿੱਚ ਹੀ, ਆਪਣੀ ਖੁਦੀ ਵਿੱਚ ਹੀ ਇੰਨੇ ਖੁੱਬੇ ਰਹਿੰਦੇ ਹਾਂ ਕਿ ਸਾਨੂੰ ਆਪਣੇ ਤੋਂ ਸਿਵਾ ਹੋਰ ਕੁਝ ਦਿਖਾਈ ਹੀ ਨਹੀਂ ਦਿੰਦਾ। ਜੇ ਕੋਈ ਹੋਰ ਦਿਖਾਈ ਦੇਵੇਗਾ ਤਾਂ ਹੀ ਅਸੀਂ ਉਸ ਦੀ ਦੁੱਖ ਤਕਲੀਫ ਤੋਂ ਜਾਣੂ ਹੋ ਸਕਾਂਗੇ। ਕਦੇ ਆਪਣੇ ਆਪੇ ਵਿੱਚੋਂ ਬਾਹਰ ਤਾਂ ਨਿਕਲ ਕੇ ਵੇਖੋ, ਕਿਸੇ ਦੇ ਕੋਲ 2 ਪਲ ਬਹਿ ਕੇ ਤਾਂ ਵੇਖੋ, ਉਸ ਦਾ ਹਾਲ ਚਾਲ ਪੁੱਛ ਕੇ ਤਾਂ ਵੇਖੋ। ਤੁਸੀਂ ਵੀ ਅਜਿਹੀ ਟੂਣੇਹਾਰੀ ਤਖੱਲਸ ਨਾਲ ਨਿਵਾਜੇ ਜਾਵੋਗੇ ਜੀਓ। ਆਓ ਰਲ ਕੇ ਦੁੱਖ ਸੁੱਖ ਸਾਂਝਾ ਕਰਦਿਆਂ, ਇੱਕ ਦੂਜੇ ਦੀ ਖੈਰ ਦੁਆ ਮੰਗਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਲਈ ਜੁੜੀਏ ਤੇ ਆਸ ਕਰੀਏ ਕਿ ਅਗਲੇ ਪ੍ਰੋਗਰਾਮ ਵਿੱਚ ਆਪਾਂ ਫੇਰ ਤੋਂ ਮਿਲ ਬੈਠਾਂਗੇ ਤੇ ਦਿਲ ਦੀ ਸਾਂਝ ਪਾਵਾਂਗੇ। ਤੇ ਫੇਰ ਜੀ ਦਿਓ ਇਜਾਜ਼ਤ, ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ। ਤਦ ਤੱਕ ਰੱਬ ਰਾਖਾ। ਆ ਵੀ ਹੋ ਜੇ ਮੇਰਾ ਨਾਲੇ ਉਹ ਵੀ ਹੋ ਜੇ ਮੇਰਾ, ਸਮਝੇ ਕਿਉਂ ਨਾ ਉੱਥੇ ਕੁਝ ਵੀ ਨਾ ਤੇਰਾ। ਆ ਵੀ ਹੋ ਜੇ ਮੇਰਾ ਨਾਲੇ ਉਹ ਵੀ ਹੋ ਜੇ ਮੇਰਾ, ਸਮਝੇ ਕਿਉਂ ਨਾ ਉੱਥੇ ਕੁਝ ਵੀ ਨਾ ਤੇਰਾ। ਜਿਹੜਾ ਮਿਲਿਆ ਹੰਡਾਲਾ ਉਹਦਾ ਸ਼ੁਕਰ ਮਨਾ ਲੈ, ਜਿਹੜਾ ਮਿਲਿਆ ਹੰਡਾਲਾ ਉਹਦਾ ਸ਼ੁਕਰ ਮਨਾ ਲੈ। ਕਾਤੋਂ ਬਿਨਾਂ ਗੱਲੋਂ ਸੂਲੀ ਉੱਤੇ ਟੰਗੀ ਜ਼ਿੰਦਗੀ ਉਹ ਮਨਾ ਰੋਵੇਗਾ। ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ ਉਹ ਮਨਾ ਰੋਵੇਗਾ। ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ ਉਹ ਮਨਾ ਰੋਵੇਗਾ। ਬੰਦਿਆ ਕੰਮਕਾਰ ਨਹੀਂ ਮੁੱਕਦੇ, ਬੰਦਾ ਮੁੱਕ ਜਾਂਦਾ। ਉਹ ਇੱਕੋ ਪਲ ਵਿੱਚ ਸਾਰਾ ਧੰਦਾ ਮੁੱਕ ਜਾਂਦਾ। ਨਾ ਤੂੰ ਦੁੱਖ ਸਹਿਆ ਕਰ, ਬਸ ਖੁਸ਼ ਰਿਹਾ ਕਰ। ਨਾ ਤੂੰ ਦੁੱਖ ਸਹਿਆ ਕਰ, ਬਸ ਖੁਸ਼ ਰਿਹਾ ਕਰ। ਕੌਣ ਜਾਣਦਾ ਏ ਕਿਹਦੀ ਕਿੰਨੀ ਲੰਮੀ ਜ਼ਿੰਦਗੀ ਉਹ ਮਨਾ ਰੋਵੇਗਾ। ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ ਉਹ ਮਨਾ ਰੋਵੇਗਾ। ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ ਉਹ ਮਨਾ ਰੋਵੇਗਾ। ਪੈਸੇ ਦਾ ਕੀ ਕਰਨਾ ਜੇ ਖੁਸ਼ੀਆਂ